ਸੋ ਆਪਾਂ ਅਗਰ ਤੁਹਾਡੇ ਬਾਰੇ ਗੱਲ ਕਰੀਏ ਹੈ ਨਾ, ਇੱਕ ਫੀਮੇਲ ਡਾਇਰੈਕਟਰ ਹੋਣ ਦੇ ਬਾਵਜੂਦ, ਕਿਉਂਕਿ ਬਹੁਤ ਘੱਟ ਫੀਮੇਲ ਡਾਇਰੈਕਟਰਸ ਵੀ ਦੇਖਣ ਨੂੰ ਮਿਲਦੇ ਔਰ ਸ਼ਾਇਦ ਪੰਜਾਬੀ ਇੰਡਸਟਰੀ ਵਿੱਚ ਇੰਨੇ ਹੈਵੀ ਨਹੀਂ ਗੇ, ਅਤੇ ਤੁਹਾਨੂੰ ਕੀ ਇਸ਼ੂਜ਼ ਆਉਂਦੇ ਆ ਬੀਇੰਗ ਅ ਫੀਮੇਲ ਡਾਇਰੈਕਟਰ ਐਂਡ ਖਾਸ ਕਰਕੇ ਪ੍ਰੋਡਿਊਸਰਸ ਦੇ ਨਾਲ ਜਦੋਂ ਅਸੀਂ ਗੱਲਬਾਤ ਕਰਦੇ ਹੈਗੇ ਹੈ ਨਾ, ਦੇ ਆਰ ਲਾਈਕ ਜ਼ਿਆਦਾਤਰ ਟਰਸਟ ਇਸ਼ੂਜ਼ ਹੋ ਗਏ ਜਾਂ ਕੁਛ ਵੀ ਹੋ ਗਿਆ, ਅਤੇ ਤੁਹਾਨੂੰ ਉਸ ਮਾਮਲੇ ਵਿੱਚ ਜੇ ਮੈਂ ਗੱਲ ਕਰਾਂ, ਤੁਹਾਨੂੰ ਕੀ ਪਰਸਨਲੀ ਲੱਗਦਾ ਕਿ ਡਿਫੀਕਲਟੀਜ਼ ਹੈਗੀਆਂ ਇੱਕ ਫੀਮੇਲ ਡਾਇਰੈਕਟਰ ਦੇ ਲਈ? ਪਰਸਨਲੀ ਅਗਰ ਮੈਂ ਡਿਫੀਕਲਟੀਜ਼ ਦੀ ਗੱਲ ਕਰਾਂ, ਮੋਰ ਓਵਰ ਇੱਕ ਫਿਲਮ ਪ੍ਰੋਜੈਕਟ ਜਦੋਂ ਅਸੀਂ ਕਿਉਂਕਿ ਇਟਸ ਅ ਲੌਂਗ ਪ੍ਰੋਸੈਸ, ਇੱਕ ਸਬਜੈਕਟ ਨੂੰ, ਇੱਕ ਫਿਲਮ ਨੂੰ ਬਣਨ 'ਚ ਬਹੁਤ ਟਾਈਮ ਲੱਗਦਾ ਆ ਨਾ, ਇਟਸ ਅ ਟਾਈਮ ਟੇਕਿੰਗ ਪ੍ਰੋਸੈਸ। ਉਹਦੇ ਵਿੱਚ ਗੱਲ ਸਭ ਤੋਂ ਬੜੀ ਇਹੀ ਹੋ ਜਾਂਦੀ ਹੈ ਕਿ ਭਰੋਸੇ ਦੀ, ਇੱਕ ਫੇਥ ਦੀ, ਇਹ ਚੀਜ਼ ਦਾ ਲੈਕ ਹੈਗਾ ਆ ਇੰਡਸਟਰੀ ਦੇ ਵਿੱਚ, ਕਿਉਂਕਿ ਨਾ ਮੋਸਟਲੀ ਕੀ ਹੁੰਦਾ ਆ ਕਿ ਅਗਰ ਕੋਈ ਪ੍ਰੋਡਿਊਸਰ ਆ, ਮੇਲ ਪ੍ਰੋਡਿਊਸਰਸ ਜਿਹੜੇ ਹੈਗੇ ਨੇ ਹੈ ਨਾ, ਕੋਈ ਵੀ, ਉਹਨਾਂ ਨੂੰ ਜਿੰਨਾ ਆਲਵੇਜ਼ ਲਾਈਕ ਉਹਨਾਂ ਦਾ ਫੇਸ ਜਿਹੜਾ ਹੋਊਗਾ ਉਹ ਮੇਲ ਡਾਇਰੈਕਟਰ 'ਤੇ ਜ਼ਿਆਦਾ ਹੋਊਗਾ ਅਤੇ ਫੀਮੇਲ 'ਤੇ ਘੱਟ ਹੋਊਗਾ। ਬਿਕੋਜ਼ ਰੀਜ਼ਨ ਇਹ ਹੈ ਕਿ ਹਜੇ ਜਿਹੜਾ ਹੈਗਾ ਨਾ, ਕ੍ਰੀਏਟਿਵ ਸਾਈਡਸ ਦੀ ਮੈਂ ਗੱਲ ਕਰਦੀ ਹਾਂ, ਤਾਂ ਪੰਜਾਬੀ ਇੰਡਸਟਰੀ 'ਚ ਕ੍ਰੀਏਟਿਵਸ ਦੇ ਵਿੱਚ ਕੁੜੀਆਂ ਬਹੁਤ ਘੱਟ ਹੈ ਹੀ ਨਹੀਂ, ਮਤਲਬ ਬਹੁਤ ਇੱਕ ਦੋ ਤੁਸੀਂ ਜਿਹੜੇ ਵੀ ਨਾਮ ਲਓਗੇ ਹੈ ਨਾ ਉਹਦੇ ਟਿਪਸ ਉਹੀ ਨੇ। ਤਾਂ ਉਹੀ ਗੱਲ ਹੈ ਕਿ ਅਗਰ ਜਦੋਂ ਹੌਲੀ ਹੌਲੀ ਕੁੜੀਆਂ ਕ੍ਰੀਏਟਿਵਸ 'ਚ ਵੀ ਆਉਣਾ ਸ਼ੁਰੂ ਕਰ ਦੇਣਗੀਆਂ ਹਨ, ਅਤੇ ਫੀਮੇਲ ਡਾਇਰੈਕਟਰਸ ਦੇ ਵੀ ਪ੍ਰੋਜੈਕਟਸ ਰਨਿੰਗ ਹੋਣਗੇ ਇੰਡਸਟਰੀ 'ਚ, ਮਾਰਕੀਟ 'ਚ, ਸਿਨੇਮਾ 'ਚ ਫਿਲਮਾਂ ਆਉਣਗੀਆਂ, ਤਾਂ ਫਿਰ ਉਹ ਕੌਨਫੀਡੈਂਸ ਹੋਰ ਸਟਰੋਂਗਲੀ ਹੋ ਜਾਊਗਾ। ਕਿਉਂਕਿ ਮੈਂ ਕਹੂੰਗੀ ਕਿ ਕ੍ਰੀਏਟਿਵ ਲਾ ਲਓ, ਇੱਕ ਕ੍ਰੀਏਟਿਵ ਕੰਮ ਆ, ਤੁਸੀਂ ਇਹ ਨਾ ਦੇਖੋ ਕਿ ਹਾਂ ਵੀ ਇਹ ਮੇਲ ਆ ਜਾਂ ਫੀਮੇਲ ਹੈਗਾ ਆ, ਤੁਸੀਂ ਉਹਦੀ ਕੈਪੇਬਿਲਿਟੀ ਚੈੱਕ ਕਰੋ ਹੈ ਨਾ, ਵਟ ਐਗਜ਼ੈਕਟਲੀ ਦੇ ਕੈਨ ਡੂ ਹੈ ਨਾ, ਤੁਸੀਂ ਉਹਨਾਂ ਦਾ ਕੰਮ ਦੇਖੋ। ਅਤੇ ਉਹਦੇ ਵਿੱਚ ਇਹ ਪਾਰਸ਼ੈਲਿਟੀ ਤਾਂ ਨਹੀਂ ਹੋਣੀ ਚਾਹੀਦੀ ਵੀ ਹਾਂ ਜੇ ਤਾਂ ਕੁੜੀ ਆ, ਕੁੜੀ 'ਤੇ ਕਿਉਂ ਭਰੋਸਾ ਕਰਨਾ ਨਾ, ਮੁੰਡੇ 'ਤੇ ਕਰਨਾ ਨਹੀਂ। ਬਿਕੋਜ਼ ਜਿੰਨਾ ਮੈਂ ਕਹੂੰਗੀ, ਜਿੰਨਾ ਪੈਸ਼ਨੇਟਲੀ, ਮੈਂ ਇਹ ਵੀ ਨਹੀਂ ਕਹਿੰਦੀ, ਮੁੰਡੇ ਵੀ ਬਹੁਤ ਪੈਸ਼ਨੇਟਲੀ ਕੰਮ ਕਰਦੇ ਆ, ਬਟ ਕੁੜੀਆਂ ਦੇ ਵਿੱਚ ਡੈਡੀਕੇਸ਼ਨ ਔਰ ਪੈਸ਼ਨ ਬਹੁਤ ਜ਼ਿਆਦਾ ਹੁੰਦਾ ਆ, ਬਹੁਤ ਜ਼ਿਆਦਾ ਹੁੰਦਾ ਆ, ਔਰ ਉਹ ਕੰਮ ਦੇ ਲਈ ਟੂਵਰਡਸ ਦੇ ਵਰਕ ਦੇ ਆਰ ਲਾਈਕ ਬੈਡਲੀ ਸੀਰੀਅਸ। ਜੋ ਕਿਸੇ ਚੀਜ਼ 'ਚ ਕੁੱਦ ਜਾਣਗੇ, ਹਾਂ ਇਹ ਮੈਂ ਕਰਨੀ ਆ ਤਾਂ ਮੈਂ ਕਰਨੀ ਆ, ਰਾਈਟ। ਤਾਂ ਫਿਰ ਇਹ ਚੀਜ਼ ਨੂੰ ਲੈ ਕੇ ਨਾ ਸੋਚੋ ਵੀ ਹਾਂ ਵੀ ਇਹ ਕੁੜੀ ਹੈ ਨਾ, ਵੀ ਜੀ ਇੱਕ ਤਾਂ ਮੋਰ ਓਵਰ ਇਹ ਵੀ ਮੇਰੇ ਖਿਆਲ ਪ੍ਰੋਡਿਊਸਰਸ ਆਉਂਦਾ ਕਿ ਲਾਈਕ ਮੇਲ ਡਾਇਰੈਕਟਰ ਹੈਗਾ ਆ, ਲਾਈਕ ਉਹ ਭਾਵੇਂ ਸਿੰਗਲ ਆ ਭਾਵੇਂ ਮੈਰਿਡ ਆ, ਕੋਈ ਫਰਕ ਨਹੀਂ ਪੈਂਦਾ ਹੈਗਾ ਹੈ ਨਾ। ਇਨ ਟਰਮਸ ਆਫ ਅਗਰ ਫੀਮੇਲ ਹੈਗਾ ਆ ਤਾਂ ਫੀਮੇਲ 'ਚ ਵੀ ਹੁੰਦਾ ਵੀ ਹਾਂਜੀ ਇਜ਼ ਸ਼ੀ ਮੈਰਿਡ ਔਰ ਨਾਟ, ਤਾਂ ਇਹ ਚੀਜ਼ਾਂ ਨਹੀਂ ਹੈਗੀਆਂ। ਪ੍ਰੋਫੈਸ਼ਨ ਹੁੰਦਾ। ਜੇ ਆਪਾਂ ਕਿਸੇ ਕੰਮ ਦੇ ਵਿੱਚ ਗਏ ਆ ਤਾਂ ਹੈ ਨਾ, ਆਪਾਂ ਉਸ ਨੂੰ ਲਾਈਕ ਉਸ ਚੀਜ਼ ਨੂੰ ਉੱਥੇ ਤੱਕ ਗਰੋ ਕਰਨ ਵਾਸਤੇ ਉਸ ਚੀਜ਼ ਨੂੰ ਆਪਾਂ ਫੜਿਆ ਆ, ਤਾਂ ਉਹ ਆਪਾਂ ਉਸ ਚੀਜ਼ ਨੂੰ ਕੰਟੀਨਿਊ ਹੀ ਰੱਖਣਾ ਆ, ਤਾਂ ਇਹ ਚੀਜ਼ ਸਮਝਣ ਦੀ ਬੜੀ ਜ਼ਰੂਰਤ ਹੁੰਦੀ ਆ ਕਿ ਤੁਸੀਂ ਇਹ ਸੋਚੋ ਕਿ ਹਾਂ ਵੀ ਉਹਦੇ ਵਿੱਚ ਉਹ ਬੰਦੇ ਨੂੰ ਅਸੀਂ ਉਹਦੇ ਨਾਲ ਕੰਮ ਕਰਨ 'ਚ ਟੈਲੈਂਟ ਹੈਗਾ ਹੈ, ਟੈਲੈਂਟ ਨਾਲ ਜੱਜ ਕਰੋ ਰਾਦਰ ਦੈਨ ਕਿ ਤੁਸੀਂ ਮੇਲ ਔਰ ਫੀਮੇਲ ਉਹ ਚੀਜ਼ ਨਾਲ ਨਹੀਂ। ਕਿਉਂਕਿ ਕ੍ਰੀਏਟਿਵ ਸਾਈਡਸ ਅਗਰ ਮੈਂ ਗੱਲ ਕਰਾਂ ਉਹ ਦੋਨਾਂ ਦੇ ਵਿੱਚ ਹੀ ਹੁੰਦੀਆਂ ਨੇ। ਅਗਰ ਤੁਸੀਂ ਅਗਰ ਕਿਸੇ ਨਾ ਕਿਸੇ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਵੀ ਹੈ ਨਾ, ਇੱਕ ਡਬਲ ਹੋ ਜਾਂਦਾ ਆ ਸਟਰਗਲ। ਯੈਸ, ਸਟਰਗਲ ਇੱਕ ਐਜ਼ ਅ ਫੀਮੇਲ ਡਾਇਰੈਕਟਰ, ਔਰ ਅਗਰ ਮੇਲ ਦੀ ਵੀ ਕਹਾਂ ਤਾਂ ਫੀਮੇਲ ਵਾਸਤੇ ਕਹਿ ਲਓ ਕਿ ਜ਼ਿਆਦਾ ਟਫ ਹੈ, ਜ਼ਿਆਦਾ ਟਫ। ਐਂਡ ਆਈ ਗੈਸ ਉਹੀ ਜੋ ਤੁਸੀਂ ਇਸ਼ੂ ਕਿਹਾ ਕਿ ਵੀ ਮੈਰਿਡ ਹੈ ਅਨਮੈਰਿਡ ਹੈ, ਉਹ ਸਟੇਟਸ ਆਈ ਥਿੰਕ ਨਹੀਂ ਹੋਣਾ ਚਾਹੀਦਾ ਉਹ ਚੀਜ਼ ਉਹਦੇ ਵਿੱਚ। ਇਹ ਵੀ ਹੁੰਦਾ ਹੈ ਨਾ, ਲੋਕਾਂ ਦੇ ਵਿੱਚ ਨਾ ਇੱਕ ਮਿਥ ਬਣਿਆ ਹੋਇਆ, ਪਤਾ ਨਹੀਂ ਸ਼ੀ ਸਿੰਗਲ, ਜੇ ਕੱਲ੍ਹ ਨੂੰ ਜਿਹਦਾ ਵਿਆਹ ਹੋ ਜਾਣਾ, ਵਿਆਹ ਤੋਂ ਬਾਅਦ ਪਤਾ ਨਹੀਂ ਇਹਦੇ ਹਸਬੈਂਡ ਇਹਨੂੰ ਕੰਮ ਕਰਨ ਦੇਣਗੇ ਇਸ ਪ੍ਰੋਫੈਸ਼ਨ 'ਚ, ਇੱਕ ਕਰੇਗੀ ਕੰਟੀਨਿਊ ਕਿ ਨਹੀਂ ਕਰੇਗੀ, ਕਿ ਬਸ ਸ਼ੌਂਕ ਹੈ, ਬਸ ਇੱਕ ਦੋ ਫਿਲਮਾਂ ਬਣਾ ਰਹੀ ਹੈ। ਇਹ ਜਿਹੜਾ ਇੱਕ ਮਾਈਂਡ 'ਚ ਹੁੰਦਾ ਨਾ ਬੰਦੇ ਦੇ ਕਿ ਹਾਂ ਪਤਾ ਨਹੀਂ ਯਾਰ ਇਹਨੂੰ, ਬਸ ਕੁੜੀਆਂ ਨੂੰ ਨਾ ਐਕਚੁਅਲ 'ਚ ਕੀ ਹੁੰਦਾ ਨਾ, ਇਫ ਆਈ ਟਾਕ ਅਬਾਊਟ ਗਰਲਸ, ਹਮੇਸ਼ਾ ਨਾ ਉਹਨਾਂ ਦੇ ਪ੍ਰੋਫੈਸ਼ਨ ਨੂੰ ਨਾ ਹਮੇਸ਼ਾ ਡਾਊਟਫੁਲ ਲਿਆ ਜਾਂਦਾ ਆ। ਜੇ ਉਹ ਕੋਈ ਵੀ ਕੰਮ ਕਰ ਰਹੇ ਨਾ, ਕਿ ਉਹਨਾਂ ਨੂੰ ਲੱਗਦਾ ਨਹੀਂ ਇਹ ਤਾਂ ਬਸ ਸ਼ੌਂਕੀਆ ਹੀ ਕਰ ਰਹੀ ਹੈ ਯਾਰ, ਇਹਨੇ ਤਾਂ ਇੱਕ ਦੋ ਪ੍ਰੋਜੈਕਟ ਕਰਨੇ, ਉਸ ਤੋਂ ਬਾਅਦ ਤਾਂ ਕਰਨਾ ਹੀ ਨਹੀਂ ਹੈਗਾ। ਨੋ ਵੇ ਯਾਰ, ਆਪਾਂ ਲਾਈਕ ਅਸੀਂ ਇੰਨਾ ਹਾਰਡ ਵਰਕ ਕਰਦੇ ਹਾਂ, ਇੰਨਾ ਆਪਾਂ ਇਸ ਕੰਮ ਨੂੰ, ਆਪਦੇ ਪ੍ਰੋਫੈਸ਼ਨ ਨੂੰ, ਮੈਂ ਇਕੱਲਾ ਇਹ ਨਹੀਂ ਕਹਿੰਦੀ ਕਿ ਇਕੱਲਾ ਮੈਂ ਲਾਈਕ ਨੋਟ ਆਈ ਐਮ ਟਾਕਿੰਗ ਅਬਾਊਟ ਦਾ ਓਨਲੀ ਡਾਇਰੈਕਸ਼ਨ ਦੀ ਗੱਲ ਨਹੀਂ ਕਰਦੀ ਮੈਂ, ਹਰ ਪ੍ਰੋਫੈਸ਼ਨ ਦੀ ਗੱਲ ਕਰਦੀ ਹਾਂ, ਕਿਉਂਕਿ ਹੁਣ ਉਹ ਕੋਈ ਫਰਕ ਨਹੀਂ ਹੈਗਾ, ਰਾਈਟ। ਅਤੇ ਅਸੀਂ ਕਿਸੇ ਕੰਮ ਲਈ ਆਪਦਾ ਪੂਰਾ ਸਮਾਂ ਦੇ ਰਹੇ ਹਾਂ, ਉਹਦੇ ਲਈ ਆਪਦੀ ਇੱਕ ਪ੍ਰੋਫਾਈਲ ਕ੍ਰੀਏਟ ਕਰ ਰਹੇ ਹਾਂ ਆਪਾਂ। ਇੱਕ ਲਾਈਕ ਆਈ ਸਟਾਰਟਡ ਫਰੋਮ ਅਸਿਸਟਿੰਗ ਤੋਂ ਬਾਅਦ ਮੈਂ ਆਪਦੀਆਂ ਸ਼ਾਰਟ ਫਿਲਮਸ ਬਣਾਈਆਂ। ਮੈਂ ਖੁਦ ਆਪਦੇ ਬਜਟਿੰਗ ਲਾਉਂਦੀ ਸੀ, ਇਹਨੇ ਸ਼ਾਰਟ ਫਿਲਮਸ ਬਣਾਉਂਦੀ ਸੀ, ਬਿਕੋਜ਼ ਮੇਰੇ ਜੋ ਪੈਸ਼ਨ ਸੀ ਕਿ ਹਾਂ ਨਹੀਂ ਕਰਨਾ ਆ, ਆਈ ਹੈਵ ਟੂ ਅਚੀਵ ਦੈਟ ਹੈ ਨਾ। ਉਹ ਤੋਂ ਬਾਅਦ ਚਲੋ ਕਾਲਾ ਸ਼ਾਹ ਤੋਂ ਡੈਬਿਊ ਹੋਇਆ। ਦੈਨ ਇਹੀ ਆ ਕਿ
ਕੋਈ ਇਹ ਇਸ ਲਈ ਨਹੀਂ ਹੈਗਾ ਕਿ ਹਾਂ ਵੀ ਅਸੀਂ ਇੱਕ ਤਾਂ ਪ੍ਰੋਜੈਕਟ ਹੀ ਕਰਨੇ ਆ। ਵੀ ਹੈਵ ਟੂ ਵੀ ਹੈਵ ਟੂ ਗੈਟ ਦੈਟ ਪੋਜੀਸ਼ਨ ਕਿ ਹਾਂ ਸਾਡਾ ਇੱਕ ਗੋਲ ਆ, ਉਹ ਅਸੀਂ ਅਚੀਵ ਕਰਨਾ ਹੈ। ਉਹ ਇਕੱਲਾ ਮੈਂ ਆਪਦੀ ਗੱਲ ਨਹੀਂ ਕਰਦੀ, ਮੈਂ ਹਰ ਇੱਕ ਕੁੜੀ ਦੀ ਗੱਲ ਕਰਦੀ ਹਾਂ ਕਿ ਆਪਾਂ ਕਿਸੇ ਵੀ ਕੰਮ 'ਚ ਹੈਗੇ ਆ ਤਾਂ ਸਾਡੀ ਸੋਚ ਉੱਪਰ ਤੱਕ ਦੀ ਆ। ਸਾਡੀ ਸੋਚ ਇਹ ਨਹੀਂ ਕਿ ਬਸ ਹਾਂ 1-2 ਕੰਮ ਕਰਕੇ ਅਸੀਂ ਖੁਸ਼ ਹੋ ਗਏ। ਨੋ ਵੀ ਆਰ ਨਾਟ ਹੈਪੀ ਵਿਦ ਦੈਟ। ਸਾਨੂੰ ਉਹ ਚੀਜ਼ ਨੂੰ ਅਚੀਵ ਕਰਨਾ ਆ, ਅਸੀਂ ਉਸ ਲਈ ਲੱਗੇ ਹੋਏ ਹਾਂ। ਔਰ ਇਹ ਬਸ ਪ੍ਰੋਡਿਊਸਰਸ ਲਈ ਤਾਂ ਇਹ ਕਹੂੰਗੀ ਕਿ ਤੁਸੀਂ ਉਹਨਾਂ ਦੇ ਟੈਲੈਂਟ ਨੂੰ ਲੈ ਕੇ ਤੁਸੀਂ ਡਿਸੀਜ਼ਨਸ ਲਓ। ਇਹ ਡਿਸੀਜ਼ਨ ਨਾ ਲਓ ਕਿ ਹਾਂ ਵੀ ਮੇਲ ਹੈਗਾ ਤਾਂ ਵੀ ਉਹ ਜ਼ਿਆਦਾ ਵਧੀਆ ਇਟਸ ਨੋਟ। ਅੱਛਾ ਇਹ ਵੀ ਹੈਗਾ ਕਿ ਡਾਇਰੈਕਸ਼ਨ ਦੇ ਵਿੱਚ ਨਾ ਇਟਸ ਲਾਈਕ ਇੱਥੇ ਡਾਇਰੈਕਸ਼ਨ ਨੂੰ, ਡਾਇਰੈਕਟਰ ਦੇ ਕੰਮ ਨੂੰ ਲਾਈਕ ਜਿਹੜੇ ਕੰਮ ਜਿਵੇਂ ਦਾ ਚੱਲ ਵੀ ਰਿਹਾ, ਅਗਰ ਮੈਂ ਪੰਜਾਬੀ ਇੰਡਸਟਰੀ ਦੀ ਗੱਲ ਕਰਾਂ ਨਾ, ਤਾਂ ਇੱਕ ਡਾਇਰੈਕਸ਼ਨ ਨੂੰ ਡਾਇਰੈਕਸ਼ਨ ਵਾਂਗ ਨਹੀਂ ਲਿਆ ਜਾਂਦਾ ਹੈਗਾ। ਡਾਇਰੈਕਟਰ ਨੂੰ ਲਾਈਕ ਇੱਦਾਂ ਹੈ ਕਿ ਹਾਂ ਵੀ ਜੀ ਇਹ ਤਾਂ ਪ੍ਰੋਡਕਸ਼ਨ ਵੀ ਕਰ ਲੂਗਾ, ਤਾਂ ਇਹ ਵੀ ਕਰ ਲੂਗਾ, ਤਾਂ ਇਹ ਵੀ ਕਰ ਲੂਗਾ। ਦੈਟ ਵੇ ਮਤਲਬ ਉਹਦੀਆਂ ਬਿਕੋਜ਼ ਸੀ ਫਿਲਮ ਸੋਹਣੀ ਤਦ ਹੀ ਬਣੂਗੀ। ਫਿਲਮ ਅਸੀਂ ਬਣਾ ਰਹੇ ਹਾਂ ਅਤੇ ਟਾਈਮ ਲਾਉਂਦੇ, ਸਪੈਂਡ ਕਰਦੇ ਹਾਂ। ਸਿਨੇਮਾ ਤਦ ਹੀ ਅੱਗੇ ਗਰੋ ਕਰੂਗਾ ਜੇ ਡਾਇਰੈਕਟਰ ਆਪਣਾ ਕ੍ਰੀਏਟਿਵਲੀ ਇਨਵੋਲਵ ਰਹੇ ਕਿ ਹਾਂ ਦੈਟ ਐਗਜ਼ੈਕਟਲੀ ਆ ਮੇਰੀ ਸਕ੍ਰਿਪਟ ਆ, ਮੈਨੂੰ ਆਹ ਚਾਹੀਦਾ ਹੈਗਾ ਅਤੇ ਇਹ ਮੈਂ ਬਣਾਉਣ ਜਾ ਰਹੀਆਂ ਆ। ਉੱਥੇ ਤੱਕ ਹੀ ਸੀਮਿਤ ਰਹੇ ਰਾਦਰ ਦੈਨ ਕਿ ਉਹ ਪ੍ਰੋਡਕਸ਼ਨ 'ਚ ਘੁਸ ਰਿਹਾ ਆ ਅਤੇ ਉਹ ਅਰੇਂਜਮੈਂਟਸ 'ਚ ਘੁਸ ਰਿਹਾ ਹੈਗਾ। ਨਹੀਂ, ਉਹਦੀ ਉਹ ਜੋਬ ਨਹੀਂ ਹੈਗੀ ਉਹਦੀ ਉਹ ਜੋਬ ਨਹੀਂ ਹੈਗੀ। ਸੋ ਬਸ ਇੱਥੇ ਇਹੀ ਹੈ ਕਿ ਡਿਪਾਰਟਮੈਂਟਸ ਮਿਕਸਅਪ ਹੋਏ ਵੇ ਨੇ। ਐਂਡ ਜੇ ਚੀਜ਼ਾਂ ਮਤਲਬ ਚਾਹੁੰਦੇ ਆ ਵੀ ਇਹ ਚਲੋ ਹੋ ਵੀ ਰਿਹਾ, ਪ੍ਰੋਫੈਸ਼ਨਲੀ ਕੰਮ ਵੀ ਹੋ ਰਹੇ ਨੇ, ਪ੍ਰੋਫੈਸ਼ਨਲੀ ਕੰਮ ਹੋਣ ਤਾਂ ਹੀ ਜਿਹੜੀ ਕਹਿ ਲਓ ਕਿ ਫਿਲਮਸ ਵਧੀਆ ਗਰੋ ਕਰਨਗੀਆਂ, ਅੱਛੇ ਯੂਨੀਕ ਸਬਜੈਕਟਸ ਬਣਨਗੇ। ਦੈਟਸ ਇਟ। ਹੌਲੀ ਹੌਲੀ ਚੀਜ਼ਾਂ ਪ੍ਰੋਫੈਸ਼ਨਲਿਜ਼ਮ ਵੱਲ ਜਾ ਰਹੀਆਂ ਨੇ ਐਟਲੀਸਟ। ਅਗਰ ਮੈਂ ਤੁਹਾਡੇ ਨਾਲ ਗੱਲਬਾਤ ਕਰਾਂ, ਮਤਲਬ ਇੱਕ ਹੁੰਦਾ ਕਿ ਬੰਦਾ ਰਾਈਟਿੰਗ ਕਰਦਾ ਆ, ਇੱਕ ਨੋਰਮਲੀ ਆਪਣੇ ਲਈ ਚੀਜ਼ਾਂ ਲਿਖ ਲੈਂਦਾ ਹੈ ਨਾ। ਇੱਕ ਕਨਸੈਪਟ ਆਪਾਂ ਲਿਖਦੇ ਹਾਂ ਕਿ ਇਹ ਫਿਲਮ ਦੇ ਲਈ ਲਿਖਣਾ ਹੈ, ਅਤੇ ਤੁਸੀਂ ਜਦੋਂ ਪਹਿਲਾ ਕਨਸੈਪਟ ਆਪਦਾ ਲਿਖਿਆ ਸੀਗਾ, ਸਪੈਸੀਫਿਕਲੀ ਇਸ ਚੀਜ਼ ਨੂੰ ਮਾਈਂਡ ਵਿੱਚ ਰੱਖ ਕੇ ਲਿਖਿਆ ਸੀ ਕਿ ਮੈਂ ਫਿਲਮ ਦੇ ਲਈ ਹੀ ਕਰਨਾ ਹੈ ਕੰਮ? ਐਕਚੁਅਲੀ ਰਾਈਟਿੰਗ ਤਾਂ ਮੈਂ ਬਚਪਨ ਤੋਂ ਕਰ ਰਹੀ ਹਾਂ। ਅਗਰ ਇੱਦਾਂ ਕਨਸੈਪਟ ਦੀ ਤਾਂ ਮੇਰੇ ਕੋਲ ਤਾਂ ਜਦੋਂ ਛੋਟੀ ਹੁੰਦੀ ਸੀ ਉਦੋਂ ਤੋਂ ਹੀ ਮੈਂ ਕਨਸੈਪਟ ਲਿਖ ਕੇ ਆਪਣੇ ਕੋਲ ਰੱਖਦੀ ਹੁੰਦੀ ਸੀ। ਉਦੋਂ ਤਾਂ ਮੇਰੇ ਦਿਮਾਗ ਦੇ ਵਿੱਚ ਤਾਂ ਕੋਈ ਗੱਲ ਹੀ ਨਹੀਂ ਸੀ ਇੱਦਾਂ ਦੀ, ਕਦੇ ਮੈਂ ਸੋਚਿਆ ਹੀ ਨਹੀਂ ਸੀ ਕਿ ਮੈਂ ਰਾਈਟਿੰਗ ਵੀ ਕਰੂੰਗੀ। ਮੈਨੂੰ ਲਿਖਣ ਦਾ ਸ਼ੌਂਕ ਸੀ। ਮੈਂ ਘਰ ਲਿਖ ਕੇ ਰੱਖੇ ਹੋਏ ਆ। ਮੈਂ ਕਿੰਨੀ ਵਾਰੀ ਬਹੁਤ ਸ਼ੇਅਰੋ ਸ਼ਾਇਰੀ ਲਿਖ ਕੇ ਘਰ ਰੱਖੀ ਹੋਈ ਹੈ। ਕਦੇ ਕਦੇ ਇੱਦਾਂ ਦਿਮਾਗ ਦੇ ਵਿੱਚ ਆਇਆ ਹੀ ਨਹੀਂ। ਉਹ ਜਦੋਂ ਇਹ ਦਿਮਾਗ ਦੇ ਵਿੱਚ ਉਦੋਂ ਆਇਆ ਜਦੋਂ ਨਵਨੀਤ ਵੀ ਡਾਇਰੈਕਸ਼ਨ ਦੇ ਵਿੱਚ ਆ ਗਈ। ਦੈਨ ਉਦੋਂ ਨਵਨੀਤ ਵੀ ਸਰਚ ਕਰ ਰਹੀ ਸੀ ਇੱਕ ਸਟੋਰੀ, ਉਦੋਂ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਕਿਉਂ ਨਾ ਮੇਰੇ ਕੋਲ ਇੰਨੀਆਂ ਸਾਰੀਆਂ ਸਟੋਰੀਜ਼ ਪਈਆਂ, ਮੈਂ ਲਿਖ ਕੇ ਘਰੇ ਮੈਂ ਕਿਉਂ ਨਾ ਮੈਂ ਕੁਛ ਲਿਖਾਂ। ਫਿਰ ਕਾਲਾ ਸ਼ਹਿਰ ਦਾ ਕਨਸੈਪਟ ਦਿਮਾਗ ਦੇ ਵਿੱਚ ਆਇਆ ਕਿਉਂਕਿ ਮੈਨੂੰ ਐਕਚੁਅਲੀ ਜਾਂ ਤਾਂ ਫਿਲਮ ਥ੍ਰਿਲਰ ਜਾਂ ਡਿਫਰੈਂਟ ਯੂਨੀਕ ਸਬਜੈਕਟ ਹੋਵੇ। ਇਹ ਚੀਜ਼ਾਂ ਮੈਨੂੰ ਬਹੁਤ ਅੱਛੀਆਂ ਲੱਗਦੀਆਂ। ਦੈਨ ਫਿਰ ਉਦੋਂ ਥ੍ਰਿਲਰ ਕਮਲਾ ਸਟੋਰੀ ਸਭ ਕੁਛ ਮੈਂ ਲਿਖਿਆ। ਦੈਨ ਓਬਵੀਅਸਲੀ ਕਾਲਾ ਸ਼ਹਿਰ ਦਾ ਬਣਿਆ। ਉਦੋਂ ਪ੍ਰੋਪਰ ਹੀ ਕਾਲਾ ਸ਼ਹਿਰ 'ਤੇ ਚਲੋ ਪ੍ਰੋਪਰ ਥ੍ਰਿਲਰ ਆ, ਗੈਂਗ ਵਾਰ ਆ ਪ੍ਰੋਪਰ, ਉਹ ਲਿਖੀ ਗਈ, ਸਭ ਨੂੰ ਪਸੰਦ ਆਈ। ਦੈਨ ਫਿਰ ਉਹ ਇੱਦਾਂ ਸੀ। ਅਦਰਵਾਈਜ਼ ਤਾਂ ਘਰੇ ਤਾਂ ਮੈਂ ਬਹੁਤ ਸ਼ੁਰੂ ਤੋਂ ਹੀ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ। ਮੈਨੂੰ ਯਾਦ ਆ ਮੈਂ ਸਿਰਫ 6th ਸਟੈਂਡਰਡ ਦੇ ਵਿੱਚ ਸੀ ਜਦੋਂ ਮੈਂ ਪਹਿਲੀ ਵਾਰੀ ਸਟੋਰੀ ਲਿਖੀ ਸੀ। ਮੈਂ ਆਪਣੀ ਨਾਨੀ ਜੀ ਨੂੰ ਡੈਡੀਕੇਟ ਕੀਤੀ ਸੀ ਉਹ ਸਟੋਰੀ। ਜਾਂ ਮੈਂ ਉਦੋਂ ਤੋਂ ਹੀ ਲਿਖ ਰਹੀ ਹਾਂ ਸਟੋਰੀਜ਼, ਉਦੋਂ ਤੋਂ ਹੀ ਸਕੂਲ ਤੋਂ ਹੀ ਮੇਰਾ ਸਟਾਰਟ ਹੋਇਆ ਸਭ ਕੁਛ। ਹਾਂਜੀ। ਤੁਸੀਂ ਹੁਣੇ ਦੱਸਿਆ ਵੀ ਤੁਸੀਂ ਸ਼ਾਇਰੀਆਂ ਬਹੁਤ ਲਿਖਦੇ ਸੀਗੇ, ਕੋਈ ਇੱਕ ਸ਼ਾਇਰੀ ਜੋ ਤੁਹਾਨੂੰ ਬਹੁਤ ਪਿਆਰੀ ਲੱਗਦੀ ਆ? ਇਸ ਟਾਈਮ ਮੈਨੂੰ ਕੁਝ ਵੀ ਯਾਦ ਨਹੀਂ ਹੈ। ਮੈਂ ਇੰਟਰਵਿਊਜ਼ ਦੇ ਕੇ ਅੱਕ ਚੁੱਕੀ ਹਾਂ ਜਿਸ ਟਾਈਮ ਕੁਝ ਵੀ ਯਾਦ ਨਹੀਂ ਹੈ। ਅਤੇ ਜਦੋਂ ਤੁਸੀਂ ਇਸ ਕਨਸੈਪਟ ਬਾਰੇ ਮਤਲਬ ਇੱਕ ਹੁੰਦਾ ਬੰਦਾ ਲਿਖਦਾ ਆ ਹੈ ਨਾ, ਆਪਣੇ ਫਰੈਂਡਸ ਨਾਲ ਡਿਸਕਸ ਕਰਦਾ ਚੀਜ਼ਾਂ ਨੂੰ, ਤੁਹਾਡੇ ਨਾਲ ਇੱਦਾਂ ਕਦੇ ਹੋਇਆ ਵੀ ਤੁਸੀਂ ਆਪਣਾ ਕਨਸੈਪਟ ਲਿਖਿਆ, ਆਪਣੇ ਫਰੈਂਡਸ ਨਾਲ ਡਿਸਕਸ ਕੀਤਾ, ਕਿਸੇ ਨੇ ਕਿਹਾ ਹੋਵੇ ਨਹੀਂ ਯਾਰ ਇਹ ਚੀਜ਼ ਕਿੱਥੋਂ ਚੱਲ ਜੂਗੀ, ਤੂੰ ਇਹ ਕਿਉਂ ਲਿਖੀ ਆ? ਐਕਚੁਅਲੀ ਮੈਂ ਨੋਰਮਲੀ ਜਦੋਂ ਵੀ ਮੈਂ ਕੁਛ ਵੀ ਪ੍ਰੋਫੈਸ਼ਨਲ ਜਦੋਂ ਲਿਖਦੀ ਹਾਂ ਫਰੈਂਡਸ ਦੇ ਵਿੱਚ ਤਾਂ ਓਬਵੀਅਸਲੀ ਮੈਂ ਡਿਸਕਸ ਕਰਦੀ ਨਹੀਂ। ਮੈਂ ਨਵਨੀਤ ਨਾਲ ਹੀ ਡਿਸਕਸ ਕਰੀਦਾ ਆ ਜਾਂ ਘਰੇ ਮੋਮ ਡੈਡ ਨਾਲ ਡਿਸਕਸ ਕਰ ਲਈਦਾ। ਬਸ ਘਰ ਦੇ ਅੰਦਰ ਹੀ ਡਿਸਕਸ ਕਰਦੀ ਹਾਂ, ਬਾਹਰ ਨਹੀਂ। ਦੈਨ ਫਿਰ ਪਰ ਮੈਂ ਜਿੰਨੇ ਵੀ ਕਨਸੈਪਟ ਲਿਖੇ ਆ ਮੈਨੂੰ ਐਪਰੀਸੀਏਸ਼ਨ ਹੀ ਮਿਲੀ ਆ। ਇੱਦਾਂ ਦਾ ਮੈਨੂੰ ਕਦੇ ਇੱਦਾਂ ਕੁਛ ਹੋਇਆ ਕਦੇ ਨਹੀਂ ਇੱਦਾਂ ਕਿ ਇਹ ਤਾਂ ਕਿੱਥੇ ਚੱਲਣਾ ਆ। ਮੈਂ ਜਿੰਨੇ ਕੁ ਵੀ ਕਨਸੈਪਟ ਲਿਖਿਆ ਮੈਨੂੰ ਐਪਰੀਸੀਏਸ਼ਨ ਹੀ ਮਿਲੀ ਆ ਫੈਮਿਲੀ ਵੱਲੋਂ ਕਿ ਅੱਛਾ ਆ, ਵਧੀਆ ਆ। ਬਟ ਹਾਂ ਉਹ ਜ਼ਰੂਰ ਹੈ ਕਿ ਆਪਾਂ ਨੂੰ ਕਨਸੈਪਟ ਬਹੁਤ ਸਾਰੇ ਅੱਛੇ ਲੱਗਦੇ ਆ, ਬੜੇ ਆਪਾਂ ਡਿਫਰੈਂਟ ਕਨਸੈਪਟ ਲਿਖਦੇ ਆ।
ਬਟ ਹੁਣ ਆਪਾਂ ਨੂੰ ਇਹ ਨਹੀਂ ਨਾ ਪਤਾ ਕਿ ਬਾਹਰ ਜਿਹੜੇ ਪ੍ਰੋਡਿਊਸਰ ਆ ਉਹਨਾਂ ਨੂੰ ਪਸੰਦ ਆਊਗਾ ਜਾਂ ਨਹੀਂ ਆਊਗਾ, ਉਹ ਗੱਲ ਅਲੱਗ ਆ। ਆਪਾਂ ਆਪਣੇ ਵੱਲੋਂ ਤਾਂ ਵਧੀਆ ਹੀ ਲਿਖੀ ਦੀ ਆ, ਕਿਉਂਕਿ ਜਿਹੜੇ ਪ੍ਰੋਡਿਊਸਰ ਨੇ ਉਹਨਾਂ ਨੇ ਪੈਸਾ ਇਨਵੈਸਟ ਕਰਨਾ ਆ। ਦੈਨ ਉਹ ਇਹ ਨਹੀਂ ਦੇਖਦੇ ਕਿ ਸਬਜੈਕਟ ਅੱਛਾ ਹੈ ਜਾਂ ਨਹੀਂ ਅੱਛਾ, ਉਹ ਇਹ ਦੇਖਦੇ ਆ ਕਿ ਆਡੀਅנס ਆਊਗੀ ਥੀਏਟਰ ਤੱਕ ਜਾਂ ਨਹੀਂ ਆਊਗੀ। ਬਹੁਤ ਵਾਰੀ ਇੱਦਾਂ ਹੁੰਦਾ ਆ। ਇਹ ਚਲੋ ਆਪਣੀ ਵਾਰੀ ਹੁਣ ਇਹ ਜਿਹੜਾ ਮਜਾਜਨ ਆਰਕੈਸਟਰਾ ਹੈ ਇਹ ਥੋੜ੍ਹਾ ਜਿਹਾ ਡਿਫਰੈਂਟ ਇਸ ਲਈ ਆ, ਆਪਣਾ ਕੌਨਫੀਡੈਂਸ ਲੈਵਲ ਹਾਈ ਇਸ ਲਈ ਆ ਕਿਉਂਕਿ ਆਪਣੇ ਨਾਲ ਚੌਪਾਲ ਆ, ਹਾਂਜੀ ਪ੍ਰੋਡਿਊਸਰ ਚੌਪਾਲ, ਹਾਂਜੀ ਉਹਨਾਂ ਦਾ ਸਪੋਰਟ ਹੈ, ਇਸ ਕਰਕੇ ਆਪਣਾ ਕੌਨਫੀਡੈਂਸ ਹਾਈ ਆ। ਬਟ ਇੱਦਾਂ ਹਾਂ ਕਈ ਵਾਰੀ ਹੋ ਜਾਂਦਾ ਕਿ ਇੱਦਾਂ ਦਾ ਅਗਰ ਬਾਹਰ ਜਾਓਗੇ ਕੁਝ ਡਿਫਰੈਂਟ, ਅਗਰ ਇਹੀ ਇੰਡੀਪੈਂਡੈਂਟ ਪ੍ਰੋਡਿਊਸਰ ਹੁੰਦੇ ਤਾਂ ਸ਼ਾਇਦ ਉਹ ਹੱਥ ਹੀ ਨਾ ਪਾਉਂਦੇ ਸਬਜੈਕਟ ਨੂੰ। ਅਗਰ ਅਸੀਂ ਫਿਲਮ ਦੀ ਗੱਲ ਕਰੀਏ, ਇਸ ਵੇਲੇ ਮਜਾਜਨ ਆਰਕੈਸਟਰਾ ਦੀ ਗੱਲ ਕਰੀਏ, ਤਾਂ ਫਿਲਮ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਇਨਸੀਡੈਂਟਸ ਹੈਗੇ ਨੇ ਜੋ ਕਿ ਰਿਐਲਿਟੀ ਨਾਲ ਬਹੁਤ ਕੋਰਿਲੇਟ ਕਰਦੇ ਹੈਗੇ ਨੇ, ਠੀਕ ਹੈ, ਉੱਥੋਂ ਇੰਸਪਾਇਰਡ ਹੈਗੇ ਨੇ। ਅਤੇ ਕਿਤੇ ਨਾ ਕਿਤੇ ਉਹਨਾਂ ਇਨਸੀਡੈਂਟਸ ਦਾ ਜਾਂ ਉਹਨਾਂ ਚੀਜ਼ਾਂ ਦਾ ਕੀ ਇੰਪੈਕਟ ਜਾਂਦਾ ਸੁਸਾਇਟੀ 'ਤੇ, ਜਾਂ ਇਸ ਫਿਲਮ ਦੇ ਥਰੂ ਕੀ ਚੀਜ਼ਾਂ ਨੂੰ ਤੁਸੀਂ ਚੇਂਜ ਓਵਰ ਕਰਨਾ ਚਾਹੁੰਦੇ ਹੋ, ਉਹਦੇ ਬਾਰੇ ਤੁਸੀਂ ਕੁਛ ਅਗਰ ਦੱਸਣਾ ਚਾਹੋ। ਸੀ ਆਫਟਰ ਹੁਣ ਟ੍ਰੇਲਰ ਰਿਲੀਜ਼ ਹੋਇਆ ਆਪਣਾ ਨਾ 17 ਜੁਲਾਈ ਨੂੰ ਫਿਲਮ ਰਿਲੀਜ਼ ਆ। ਆਫਟਰ ਦ ਵਾਚਿੰਗ ਦਿਸ ਫਿਲਮ ਨਾ ਵਧੀਆ ਇੱਕ ਪੋਜ਼ੀਟਿਵ ਇੰਪੈਕਟ ਜਾਊਗਾ ਔਰ ਲੋਕਾਂ ਦੀ ਸੋਚ ਦੇ ਵਿੱਚ ਚੇਂਜਸ ਆਉਣਗੇ। ਮਤਲਬ ਇੱਕ ਨਜ਼ਰੀਆ ਹੁੰਦਾ ਨਾ ਮੇਨਲੀ ਕਿ ਆਪਾਂ ਹਰ ਇੱਕ ਪਰਸਨ ਦਾ ਇੱਕ ਆਪਦਾ ਨਜ਼ਰੀਆ ਹੈਗਾ, ਨਜ਼ਰੀਆ ਬਦਲੂਗਾ ਲਾਈਕ ਇਸ ਮੂਵੀ ਨੂੰ ਦੇਖਣ ਤੋਂ ਬਾਅਦ। ਬਿਕੋਜ਼ ਜਦੋਂ ਅਸੀਂ ਜੋ ਜਿੱਦਾਂ ਟ੍ਰੇਲਰ ਦੇ ਵਿੱਚ ਵੀ ਕਾਫੀ ਇੱਦਾਂ ਦੇ ਜਿੰਨੇ ਵੀ ਇਨਸੀਡੈਂਟਸ ਜਾਂ ਟ੍ਰੇਲਰ ਦੇ ਨਾਲ ਜੋ ਨਜ਼ਰ ਆ ਰਹੇ ਆ ਉਹ ਫਿਲਮ ਦੇ ਵਿੱਚ ਹੈਗੇ ਨੇ, ਉਹ ਖੁਦ ਦੇ ਲਾ ਲਓ ਕਿ ਸਾਡਾ ਇੱਕ ਰਿਸਰਚ ਵਰਕ ਹੈ ਅਤੇ ਸਾਡਾ ਆਪ ਦਾ ਜਿਹੜਾ ਅਸੀਂ ਆਪ ਦੀ ਲਾਈਫ ਦੇ ਵਿੱਚ ਅਸੀਂ ਖੁਦ ਆਪਾਂ ਵਿਆਹਾਂ 'ਤੇ ਜਾਂਦੇ ਹਾਂ, ਆਪਾਂ ਉੱਥੇ ਦੇਖਦੇ ਹੀ ਹਾਂ ਆਰਕੈਸਟਰਾ ਗਰੁੱਪਸ ਲੱਗੇ ਹੁੰਦੇ ਨੇ, ਉਹ ਜਾਂ ਬਸ ਜੋ ਅਸੀਂ ਲਾਈਫ 'ਚ ਜੋ ਸਾਡੀਆਂ ਆਬਜ਼ਰਵੇਸ਼ਨਸ ਨੇ, ਆਬਜ਼ਰਵੇਸ਼ਨਸ ਤੋਂ ਜੋ ਚੀਜ਼ਾਂ ਅਸੀਂ ਫੀਲ ਕਰੀਆਂ ਜਾਂ ਜੋ ਅਸੀਂ ਰਿਸਰਚ ਤੋਂ ਸਾਨੂੰ ਸੌਰੀ ਆਈ ਜਸਟ ਫੋਰਗੇਟ ਇਟ। ਕੋਈ ਨਾ ਨੈਕਸਟ ਕੋਈ ਨਾ ਕੁਐਸਚਨ, ਕੋਈ ਨੈਕਸਟ ਕੁਐਸਚਨ, ਲੈਟਸ ਸਕਿਪ दैट। ਨੈਕਸਟ ਕੁਐਸਚਨ। ਹਾਂ ਟਾਈਮ ਘੱਟ ਹੈ ਆਪਣੇ ਕੋਲ, ਨੈਕਸਟ ਕੁਐਸਚਨ। ਕੋਈ ਗੱਲ ਨਹੀਂ। ਮਜਾਜਨ ਫਿਲਮ ਜਿਹੜੀ ਹੈ ਮਜਾਜਨ ਆਰਕੈਸਟਰਾ ਕਰਕੇ, ਇਹਦੀ ਕਾਸਟਿੰਗ ਤੋਂ ਲੈ ਕੇ ਹੁਣ ਤੱਕ ਦਾ ਆਪਾਂ ਪ੍ਰੋਪਰ ਜੇ ਗੱਲ ਕਰੀਏ ਤੇ ਇੱਕ ਕੈਰੈਕਟਰ ਹੁੰਦਾ, ਕੈਰੈਕਟਰ ਨੂੰ ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀ ਹੈ ਨਾ ਵੀ ਆਪਾਂ ਏਜ ਦੇ ਹਿਸਾਬ ਨਾਲ ਉਹ ਕੈਰੈਕਟਰ ਲੈਣਾ ਸੀਗਾ, ਅਤੇ ਕਨਿਕਾ ਮਾਨ ਦਾ ਜਦੋਂ ਕੈਰੈਕਟਰ ਤੁਹਾਡੇ ਦਿਮਾਗ 'ਚ ਆਇਆ ਮਤਲਬ ਇੱਕਦਮ ਉਹ ਚੀਜ਼ ਤੁਹਾਨੂੰ ਕਲਿੱਕ ਹੋਈ ਕਿ ਦਿਸ ਇਜ਼ ਦਾ ਐਗਜ਼ੈਕਟ ਥਿੰਗ ਜੋ ਮੈਨੂੰ ਚਾਹੀਦੀ, ਔਰ ਬਾਕੀ ਜਿੰਨੇ ਕੈਰੈਕਟਰ ਸੀਗੇ ਉਹਨਾਂ ਦੀ ਕਾਸਟਿੰਗ ਦੇ ਵਿੱਚ ਤੁਹਾਨੂੰ ਕੀ ਡਿਫਿਕਲਟੀਜ਼ ਆਈਆਂ ਸੀਗੀਆਂ? ਕਾਸਟਿੰਗ 'ਤੇ ਨਾ ਜਿਵੇਂ ਮੈਂ ਤੁਹਾਨੂੰ ਸ਼ੇਅਰ ਕੀਤਾ, ਕਾਸਟਿੰਗ ਸਾਨੂੰ ਲਾਈਕ ਬੜਾ ਟਾਈਮ ਲੱਗਿਆ ਹੈਗਾ, ਵੀ ਸਪੈਂਡ ਗੁੱਡ ਟਾਈਮ ਔਨ ਕਾਸਟਿੰਗ। ਬਿਕੋਜ਼ ਮੇਨ ਤਾਂ ਪਹਿਲਾਂ ਲੀਡ ਕਾਸਟ ਸਾਡੀ ਲੈ ਕੇ ਦਮਨਪ੍ਰੀਤ, ਉਹਨਾਂ ਨੂੰ ਲੈ ਕੇ ਕਾਫੀ ਰਿਹਾ, ਕਾਫੀ ਆਰਟਿਸਟਾਂ ਨਾਲ ਗੱਲ ਹੋਈ, ਤਾਂ ਉਸ ਤੋਂ ਬਾਅਦ ਕਰਦੇ ਫਿਰ ਕਨਿਕਾ ਤੱਕ ਗੱਲ ਹੋਈ ਹੈ। ਦੈਨ ਕਨਿਕਾ ਇਨ ਹੋ ਗਏ। ਕਨਿਕਾ ਦੇ ਇਨ ਹੋਣ ਤੋਂ ਬਾਅਦ ਜੋ ਕਨਿਕਾ ਦਾ ਕਰੈਕਟਰ ਸੀ, ਭੋਲੀ ਭਾਲੀ ਜੋ ਸਾਨੂੰ ਚਾਹੀਦਾ ਸੀ, ਭੋਲੀ ਭਾਲੀ ਪਿੰਡ ਦੀ ਕੁੜੀ ਔਰ ਮਾਸੂਮੀਅਤ ਚਿਹਰੇ 'ਤੇ, ਉਹ ਕਨਿਕਾ ਹੋਰਾਂ ਦੇ ਫੇਸ 'ਤੇ ਆਲਰੇਡੀ ਹੈਗੀ ਆ। ਸ਼ੀ ਇਜ਼ ਲਾਈਕ ਉਹਦਾ ਬੜਾ ਉਹਨਾਂ ਦਾ ਜਿਹੜਾ ਫੇਸ ਹੈਗਾ ਨਾ ਬਹੁਤ ਕਿਊਟ ਜਿਹਾ ਫੇਸ ਆ, ਭੋਲਾ ਆ, ਅਤੇ ਉਹ ਸਾਡੇ ਕਿਰਦਾਰ ਦੇ ਵਾਸਤੇ ਦੇ ਲਾਈਕ ਕਿ ਬ੍ਰਿਲੀਅੰਟ ਆਪਸ਼ਨ ਸੀ ਹੈ ਨਾ। ਅਤੇ ਉਹ ਤੋਂ ਬਾਅਦ ਜਿਹੜੇ ਬਾਕੀ ਦੇ ਕਰੈਕਟਰਸ ਦੀ ਮੈਂ ਗੱਲ ਕਰਾਂ, ਉਹਨਾਂ 'ਤੇ ਕਾਫੀ ਕੰਮ ਕੀਤਾ। ਜਿੱਦਾਂ ਕਹਿ ਲਓ ਕਿ ਜਿਹੜੇ ਹੀਰਾ ਹੋ ਗਿਆ, ਬਾਕੀ ਹੀਰਾ ਜਿਹੜਾ ਕਿਰਦਾਰ ਹੈਗਾ ਜਿਹੜਾ ਸੰਜੂ ਸਲੰਕੀ ਸਰ ਨੇ ਪਲੇਅ ਕੀਤਾ ਹੈਗਾ ਆ, ਉਹਦੇ ਵਿੱਚ ਅਸੀਂ ਫਸਟ ਡੇ ਤੋਂ ਹੀ ਸਾਨੂੰ ਸੀ ਵੇਅਰ ਲਾਈਕ ਕਿ ਵੀ ਹਾਂ ਵੀ ਸੰਜੂ ਸਰ ਕੈਨ ਲਾਈਕ ਦੇ ਕੈਨ ਡਨ ਦ ਹਾਂ ਬ੍ਰਿਲੀਅੰਟਲੀ। ਸੋ ਬਸ ਉਹ ਮੇਨ ਇਹ ਸੀ ਕਿ ਅਸੀਂ ਉਹਨਾਂ ਦੀ ਲੁੱਕ ਨੂੰ ਚੇਂਜ ਕਰਨਾ ਚਾਹੁੰਦੇ ਸੀ। ਵੀ ਕੈਨ ਇੱਕ ਕਰੈਕਟਰ ਕ੍ਰੀਏਟ ਹੋਵੇ ਲਾਈਕ ਉਹਨਾਂ ਦੀ ਵਾਕ ਕਿੱਦਾਂ ਦੀ ਹੋਊਗੀ, ਅਪੀਅਰੈਂਸ ਕਿੱਦਾਂ ਦੀ ਹੋਊਗੀ। ਸੋ ਉਹਨਾਂ ਦੀ ਉਸ ਲੁੱਕ 'ਤੇ ਕੰਮ ਕੀਤਾ। ਉਹਨਾਂ ਦੇ ਕਾਸਟਿਊਮਸ ਮੇਨ ਜਿਹੜੇ ਇਹ ਸਟੇਜ ਜਿਹੜੇ ਐਂਕਰਸ ਹੁੰਦੇ ਨੇ ਆਰਕੈਸਟਰਾ ਗਰੁੱਪ ਦੇ ਨਾ, ਤਾਂ ਤੁਸੀਂ ਦੇਖਿਆ ਹੀ ਹੋਊਗਾ ਉਹਨਾਂ ਦਾ ਜਿਹੜਾ ਉਹਨਾਂ ਦਾ ਕਾਸਟਿਊਮਸ ਆ, ਉਹਨਾਂ ਦਾ ਜੋ ਡਰੈਸਿੰਗ ਦਾ ਸੈਂਸ ਹੁੰਦਾ ਉਹ ਥੋੜ੍ਹਾ ਹਟ ਕੇ ਜੇ ਹੁੰਦਾ ਆ, ਹਾਂਜੀ ਨੋਟਿਸੇਬਲ ਹੁੰਦਾ ਆ ਹੈ ਨਾ। ਅਤੇ ਫਿਰ ਅਸੀਂ ਉਹਨਾਂ ਦੀ ਲੁੱਕਸ 'ਤੇ ਪ੍ਰੋਪਰ ਕੰਮ ਕੀਤਾ, ਹੀਰੇ ਦੇ ਕਰੈਕਟਰ ਦੀ ਲੁੱਕਸ 'ਤੇ। ਬਾਕੀ ਜਿਹੜੇ ਕਰੈਕਟਰ ਦੀ ਜਿਹੜੇ ਬਾਕੀ ਦੇ ਕਿਰਦਾਰ ਸੀ ਉਹਨਾਂ ਦੀ ਕਰੈਕਟਰਸ ਦੀਆਂ ਅਪੀਅਰੈਂਸਿਸ 'ਤੇ, ਉਹਨਾਂ ਦੀ ਬਾਡੀ ਲੈਂਗੁਏਜ 'ਤੇ, ਡਿਟੇਲਸ ਦੇ ਵਿੱਚ ਹਰ ਕਿਰਦਾਰ 'ਤੇ ਕੰਮ ਹੋਇਆ ਆ। ਈਵਨ ਜਿਹੜਾ ਇੱਕ ਮੁੰਡਾ ਜਿਹੜਾ ਪੈਸੇ ਚੱਕਦਾ ਵਿਆਹਾਂ ਦੇ ਵਿੱਚ ਜਦੋਂ ਡਾਂਸ ਕਰਦੇ ਹੁੰਦੇ ਫਲੋਰ, ਪੈਸੇ ਚੱਕਣ ਵਾਲਾ ਤੋਂ ਲੈ ਕੇ ਸਾਰੇ ਈਚ ਐਂਡ ਐਵਰੀ ਕਰੈਕਟਰ। ਉਹਦੇ ਵਿੱਚ ਇੱਕ ਕਰੈਕਟਰ ਆਪਣੇ ਪ੍ਰੀਤੋ ਸਾਨੀ ਜੀ ਨੇ ਪਲੇਅ ਕੀਤਾ ਹੈਗਾ ਆ ਕਾਜਲ ਦਾ, ਉਹ ਅਸੀਂ ਸਪੈਸ਼ਲੀ ਕਾਜਲ ਦਾ ਇੱਕ ਹਰਿਆਣਵੀ ਕਰੈਕਟਰ ਰੱਖਿਆ ਹੈਗਾ ਆ, ਹਰਿਆਣਵੀ ਗਰਲ ਦਾ। ਉਹਦਾ ਇੱਕ ਆਪਦਾ ਪੇਨ ਹੈਗਾ ਫਿਲਮ ਦੇ ਵਿੱਚ, ਉਹਦੀ ਪ੍ਰੋਪਰ
ਡਿਟੇਲਡ ਉਸਦੇ ਕਰੈਕਟਰ 'ਤੇ ਕੰਮ ਕੀਤਾ ਗਿਆ ਕਿ ਉਹਦਾ ਐਟੀਟਿਊਡ ਕੀ ਰਹੂਗਾ ਸਕਰੀਨ ਦੇ ਉੱਤੇ, ਯੂ ਨੋ ਹਾਊ ਸ਼ੀ ਲੁੱਕ ਐਂਡ ਹਾਊ ਸ਼ੀ ਟਾਕ ਐਂਡ ਦਾ ਬਿਹੇਵੀਅਰ ਐਵਰੀਥਿੰਗ ਅਬਾਊਟ ਕਿ ਉਹਦੇ ਕਰੈਕਟਰ ਦੇ ਵਿੱਚ ਕੀ ਹੈ। ਉਸ ਤੋਂ ਬਾਅਦ ਮਤਲਬ ਉਹਦੇ ਵਿੱਚ ਸਾਰੀਆਂ ਕੁੜੀਆਂ ਦੀਆਂ ਅਲੱਗ-ਅਲੱਗ ਸ਼ੇਡਸ ਨੇ ਮੇਨਲੀ, ਯੂ ਨੋ ਕਿ ਬਾਕੀ ਦੀਆਂ ਗਰਲਸ ਦੀ ਮੈਂ ਗੱਲ ਕਰਾਂ ਉਹਨਾਂ ਦੇ ਵਿੱਚੋਂ ਇੱਕ ਦਿਲਰਾਜ ਉਤੇ ਹੈ, ਉਹਨਾਂ ਦਾ ਤਨੂੰ ਦਾ ਕਿਰਦਾਰ ਹੈਗਾ ਆ, ਅਤੇ ਤਨੂੰ ਇੱਕ ਆਪਾਂ ਇੱਕ ਲੇਡੀ ਜੀ ਤਨੂੰ ਆਪਾਂ ਇੱਕ ਦਿਖਾ ਰਹੇ ਹਾਂ ਕਿ ਸ਼ੀ ਇਜ਼ ਅ ਵਿਡੋ, ਉਹਨਾਂ ਦਾ ਇੱਕ ਬੱਚਾ ਹੈਗਾ ਆ, ਸੋ ਉਹਨਾਂ ਦਾ ਕੀ ਪੇਨ ਹੈਗਾ ਆ, ਉਹਨਾਂ ਦਾ ਇੱਕ ਬੜਾ ਸੋਹਣਾ ਕਰੈਕਟਰ ਹੈਗਾ ਫਿਲਮ ਦੇ ਵਿੱਚ। ਦੈਨ ਪੈਰਲਰਲੀ ਮੈਂ ਗੱਲ ਕਰਾਂ ਤਾਂ ਇੱਕ ਪ੍ਰਭ ਹੈਗੇ ਨੇ, ਪ੍ਰਭ ਹੈ ਉਹਨਾਂ ਦਾ, ਪ੍ਰੀਤ ਦਾ ਕਰੈਕਟਰ ਹੈਗਾ ਆ, ਇੱਕ ਚਰਨਪ੍ਰੀਤ ਨੇ, ਉਹਨਾਂ ਦਾ ਸੋਨੀਆ ਦਾ ਕਿਰਦਾਰ ਹੈਗਾ ਆ, ਅ ਗਰਲ ਜਿਹੜੀ ਕਿ ਯੰਗ ਕੁੜੀ ਹੈਗੀ ਹੈ ਜਿਹਦੇ ਬੜੇ ਡਰੀਮਸ ਨੇ, ਯੂ ਨੋ ਆਪਦੇ ਇੱਕ ਵਧੀਆ ਇੱਕ ਅੱਛੀ ਲਾਈਫ ਚਾਹੁੰਦੀ ਹੈ, ਉਹ ਕੀ ਸਟਰਗਲ ਕਰ ਰਿਹਾ। ਸੋ ਸਾਰਿਆਂ ਦੇ ਆਪਣੇ ਆਪਣੇ ਕਰੈਕਟਰਸ ਦੇ ਡਿਫਰੈਂਟ ਸ਼ੇਡਸ ਨੇ, ਉਹਨਾਂ ਦੀ ਆਪਣੀਆਂ ਜਰਨੀਜ਼ ਨੇ ਯੂ ਨੋ। ਤਾਂ ਸੋਹਣੇ ਨੇ ਕਿਰਦਾਰਾਂ 'ਤੇ ਕੰਮ ਕੀਤਾ ਗਿਆ ਹੈਗਾ ਆ। ਇਟਸ ਅ ਲਾਈਕ ਕਿ ਤੁਸੀਂ ਜੁੜੋਗੇ ਮੇਨਲੀ ਕਿ ਕਿਰਦਾਰਾਂ 'ਤੇ ਕੰਮ ਕੀਤਾ ਹੈਗਾ ਆ ਡਿਟੇਲਸ ਦੇ ਵਿੱਚ, ਔਰ ਉਹ ਸਾਰੇ ਕਰੈਕਟਰਸ ਇੰਨੇ ਸੋਹਣੇ ਬਖੂਬੀ ਸਕਰੀਨ 'ਤੇ ਚੱਲ ਰਹੇ ਆ ਕਿ ਤੁਸੀਂ ਕੋਈ ਨਾ ਕੋਈ ਕਰੈਕਟਰ ਨੂੰ ਰਿਲੇਟ ਕਰੂਗਾ, ਲੱਗੂਗਾ ਕਿ ਯਾਰ ਇਹ ਤਾਂ ਮੇਰੇ ਵਰਗਾ ਜਾਂ ਇਹ ਉਹਦੇ ਵਰਗਾ ਹੈਗਾ, ਯਾਰ ਉਹਦੇ ਨਾਲ ਵੀ ਇੱਦਾਂ ਹੋਇਆ ਸੀ। ਇਸ ਜੀ ਬਿਲਕੁਲ ਜੀ। ਕੁੱਲ ਮਿਲਾ ਕੇ ਅਗਰ ਮੈਂ ਇਸ ਪੂਰੀ ਫਿਲਮ ਦੀ ਗੱਲ ਕਰਾਂ ਤਾਂ ਇਹ ਪੂਰੀ ਫਿਲਮ ਦੇ ਵਿੱਚ ਹਰ ਇਨਸਾਨ ਦੇ ਲਈ ਦੇਖਣ ਦੇ ਲਈ ਕੁਝ ਹੈਗਾ, ਜੁੜਨ ਦੇ ਲਈ ਕੁਝ ਹੈਗਾ। ਓਵਰਆਲ ਅਗਰ ਮੈਂ ਫਿਲਮ ਦੀ ਸਟੋਰੀ ਦੀ ਗੱਲ ਕਰਾਂ ਜੋ ਕਿ ਰਜਨੀਤ ਜੀ ਨੇ ਲਿਖੀ ਹੈਗੀ ਹੈ, ਕਾਫੀ ਡਿਫਰੈਂਟ ਸਟੋਰੀ ਹੈ ਜੋ ਯੂਜੂਅਲ ਸਟੋਰੀਜ਼ ਪੰਜਾਬੀ ਇੰਡਸਟਰੀ ਦੇ ਵਿੱਚ ਖਾਸ ਕਰਕੇ ਦੇਖਣ ਨੂੰ ਨਹੀਂ ਮਿਲਦੀਆਂ ਹੈਗੀਆਂ ਸਾਨੂੰ। ਤਾਂ ਇੱਕ ਵਾਰੀ ਫਿਰ ਜਾਂਦੀ ਵਾਰੀ ਸਾਡੀ ਆਡੀਅੰਸਿਸ ਨੂੰ ਖੁਦ ਤੁਸੀਂ ਆਪਦੇ ਮੂੰਹੋਂ ਦੱਸੋ ਫਿਲਮ ਦੇ ਬਾਰੇ, ਫਿਲਮ ਦੀ ਰਿਲੀਜ਼ ਡੇਟ ਦੇ ਬਾਰੇ, ਅਤੇ ਸਾਰੇ ਇਸ ਫਿਲਮ ਨੂੰ ਜ਼ਰੂਰ ਦੇਖਿਓ। ਜੀ ਮਜਾਜਨ ਔਰਕੈਸਟਰਾ 17th of July, ਦਿਸ 17th of July ਨੂੰ ਰਿਲੀਜ਼ ਹੋ ਰਹੀ ਹੈ 11 ਵਜੇ ਚੌਪਾਲ TV 'ਤੇ। ਅਤੇ ਪਲੀਜ਼ ਚੌਪਾਲ ਐਪ ਨੂੰ ਤੁਸੀਂ ਡਾਊਨਲੋਡ ਕਰ ਲਓ ਅਤੇ ਸਬਸਕ੍ਰਾਈਬ ਕਰ ਲਓ, ਅਤੇ ਸਾਡੀ ਮੂਵੀ 17 ਨੂੰ ਜ਼ਰੂਰ ਦੇਖਿਓ। ਜੀ 17th ਜੁਲਾਈ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਮਜਾਜਨ ਔਰਕੈਸਟਰਾ, ਸਵੇਰੇ 11 ਵਜੇ ਚੌਪਾਲ ਐਪ 'ਤੇ ਜ਼ਰੂਰ ਦੇਖਿਓ। ਸੋ ਸਾਰਿਆਂ ਨੂੰ ਇੱਕ ਜਾਂਦੀ ਵਾਰੀ ਇੱਕ ਬਹੁਤ ਪਿਆਰਾ ਸੁਨੇਹਾ ਦੇ ਕੇ ਜਾਏਗੀ ਇਹ ਫਿਲਮ। ਚੌਪਾਲ ਆਪਣੇ ਫੋਨਸ ਦੇ ਵਿੱਚ, ਲੈਪਟਾਪਸ ਵਿੱਚ ਛੇਤੀ ਡਾਊਨਲੋਡ ਕਰ ਲਓ, ਅਤੇ ਨਾਲ ਦੇ ਨਾਲ 11 ਵਜੇ 17 ਜੁਲਾਈ ਨੂੰ ਮਜਾਜਨ ਔਰਕੈਸਟਰਾ ਜ਼ਰੂਰ ਦੇਖਿਓ। ਇਸ ਦੇ ਨਾਲ ਹੀ ਚੈਨਲ ਲਾਈਫ ਅਪਡੇਟ 'ਤੇ ਹੋਰ ਇੱਦਾਂ ਦੀਆਂ ਵੀਡੀਓਜ਼ ਲੈ ਕੇ, ਇੰਟਰਵਿਊਜ਼ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।